ਸਾਹਿਬ ਜੀ। ਜਬ ਲਾਓ ਨਹੀਂ ਪਾਲ ਬਿਲਾਲ ਉਦੈ, ਤਬ ਲਾਓ ਭ੍ਰਮ ਤੇ ਫਿਰਤੇ ਬਹੁ ਤਾਹਿਓ। कल घोर समुंदर में बूढ़त थे, कबहु मिट है नहीं बेपछतायो। तत विचार यह मथुरा, जग तारन कौ अवतार बनायो। जपियो जिन अर्जन देव गुरु, फिर संकट जो गर्भ न आयो। ना आओ जति सती नहीं पढ़िया, मूर्ख मुक्ता जन्म पहया। प्रणवत नानक तिनकी सरणा, जिंतु नाही बिसरिया। सोए सुनंदड़ी मेरा तन मन मौला, नाम जपंदड़ी लाली। पंध जलंदड़ी मेरा अंदर ठंडा, गुर दर्शन देख निहाली। सुख दाता पै पंजनो, तिस आगे कर अरदास। मेहर करे जिस मेहरवान, तां कारज आवे रास। सज्जन सच्चा पातशाह, सिरसा हंद साह। जिस पास बैठिया सोहीए, सबना दा विसाहो। जिस पास बैठिया सोहीए, सबना दा विसाहो। सतनाम श्री वाहिगुरु साहिब जी। श्री राग महला पंजवा। नाम ध्याए सो सुखी, तिस मुख उजल होए। पूरे गुर ते पाइयै, प्रगट सबनी लोए। नाम ध्याए सो सुखी, तिस मुख उजल होए। वाहिगुरु जी का खालसा, वाहिगुरु जी की फतेह। पतित पावन भगत वत्सल, करुणा निधान जुगो जुग अटल। चवर छतर तख्त दे मालिक, गरीब नवाज अंतरजामी। धन धन श्री गुरु ग्रंथ साहिब, सच्चे पातशाह जियां की अपार कृपा हो रही है। अमृत वेले तो प्यार वाले गुरसिख माई भाई गरीब नवाज जी की पावन पवित्र हजूरी के अंदर हाजरियां भर रहे हैं। सतगुरु जियां दे दर्शन दीदार
ਗੁਰੂ ਕੀ ਸੰਗਤ, ਨਿਤਨੇਮ ਬਾਣੀਆਂ ਦੇ ਜਾਪ, ਸੁਖਮਨੀ ਸਾਹਿਬ ਦੇ ਜਾਪ ਸੁਣ ਕਰਕੇ ਬੇਅੰਤ ਲਾਹਾ ਪ੍ਰਾਪਤ ਕੀਤਾ ਹੈ। ਗਰੀਬ ਨਵਾਜ ਕਿਰਪਾ ਕਰਦੇ ਨੇ, ਵੱਡੇ ਭਾਗ ਭੇਟੈ ਗੁਰਦੇਵਾ, ਕੋਟ ਪਰਾਤ ਮਿਟੇ ਹਰ ਸੇਵਾ। ਜਿਨ੍ਹਾਂ ਗੁਰਸਿੱਖਾਂ ਦੇ ਵੱਡੇ ਭਾਗ ਹਨ, ਉਹਨਾਂ ਨੂੰ ਭਾਈ ਗੁਰੂ ਦੇ ਦਰਸ਼ਨ ਹੁੰਦੇ ਹਨ, ਗੁਰੂ ਦੇ ਦੀਦਾਰ ਹੁੰਦੇ ਹਨ, ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਪ੍ਰਾਪਤੀ ਕਰਕੇ ਕਰੋੜਾਂ ਹੀ ਜਨਮਾਂ ਦੇ ਜਿਹੜੇ ਪਾਪ ਹਨ ਖਤਮ ਹੋ ਜਾਂਦੇ ਹਨ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਹਨ, ਜੋ ਇਹਦੀ ਕਥਾ ਸੁਣੇ ਅੜਕਾਵੇ, ਦੁਖ ਪਾਪ ਤੇ ਨਿਕਟ ਨਾ ਆਵੇ। ਜੋ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਦੇ ਨਾਲ ਬਾਣੀ ਨੂੰ ਸੁਣਦਾ ਹੈ, ਕੀਰਤਨ ਨੂੰ ਸੁਣਦਾ ਹੈ, ਕਥਾ ਨੂੰ ਸੁਣਦਾ ਹੈ, ਉਹਦੇ ਪਾਸ ਕੋਈ ਦੁੱਖ, ਕੋਈ ਦਲਿੱਦਰ, ਕੋਈ ਪਾਪ ਨੇੜੇ ਨਹੀਂ ਆਉਂਦਾ। ਸਤਿਗੁਰੂ ਜੀ ਬਾਣੀ ਵਿੱਚ ਕਿਰਪਾ ਕਰਦੇ ਨੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀਐ, ਪੂਰਨ ਸਤਿਗੁਰ ਗਿਆਨ। ਫਿਰ ਨਾਮ ਨੂੰ ਜਪਣ ਕਰਕੇ, ਸਾਧਨਾ ਕਰਕੇ ਮਨੁੱਖ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੰਸਾਰ ਦੇ ਅੰਦਰ ਦੋ ਪਹਿਲੂ ਨੇ, ਇੱਕ ਹੈ ਅਧਿਆਤਮਿਕ ਵਿਦਿਆ, ਇੱਕ ਹੈ ਸੰਸਾਰੀ ਵਿਦਿਆ। ਸੰਸਾਰੀ ਵਿਦਿਆ ਜਿਹੜੀ ਹੈ ਉਹ ਮਨੁੱਖ ਨੂੰ ਬਹੁਤ ਉੱਚ ਚੋਟੀ ਤੇ ਲਿਜਾ ਸਕਦੀ ਹੈ। ਦੁਨੀਆ ਦੇ ਹਰੇਕ ਸੁੱਖ ਸਹੂਲਤ ਪ੍ਰਾਪਤ ਹੋ ਸਕਦੀ ਹੈ। ਪਰ ਜਿਹੜੀ ਅਧਿਆਤਮਿਕ ਵਿਦਿਆ ਹੈ, ਉਹਦੇ ਕਰਕੇ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਆਤਮਿਕ ਸੁੱਖ ਦੀ ਦਾਤ ਮਿਲਦੀ ਹੈ। ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੇ ਮਾਨ, ਆਪਾ ਮਤੇ ਆਪ ਪ੍ਰਗਾਸਿਆ, ਪਾਇਆ ਨਿਰਮਲ ਗਿਆਨ। ਜਿਹੜੇ ਆਪਣੇ ਆਪੇ ਦੀ ਖੋਜ ਕਰਦੇ ਨੇ, ਆਪੇ ਤੋਂ ਪਹਿਲਾਂ ਨਾਮ ਜਪਣਾ ਪਵੇਗਾ, ਆਪੇ ਤੋਂ ਪਹਿਲਾਂ ਸਾਧਨਾ ਕਰਨੀ ਪਵੇਗੀ। ਉਹ ਸਾਧਨਾ ਹੈ ਭਾਈ ਪਹਿਲੋ ਜੀ ਦੇ ਪਾਸ। ਇਤਿਹਾਸ ਅੰਦਰ ਬੋਲਦੇ ਨੇ, ਭਾਈ ਪਹਿਲੋ ਸਭ ਤੋਂ ਪਹਿਲਾਂ। ਉਹ ਵਿਦਿਆ ਹੈ ਪਰਮਹੰਸ ਭਾਈ ਪਾਰੋ ਜੁਲਕਾ ਦੇ ਪਾਸ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਹਨ। ਬੇਅੰਤ ਗੁਰਸਿੱਖਾਂ ਦੇ ਨਾਮ ਇਤਿਹਾਸ ਦੇ ਪੰਨਿਆਂ ਤੇ ਦਰਜ ਹਨ, ਜਿਨ੍ਹਾਂ ਦੇ ਪਾਸ ਅਧਿਆਤਮਿਕ ਵਿਦਿਆ ਹੈ। ਉਸ ਵਿਦਿਆ ਦਾ ਜ਼ਿਕਰ ਕਰਦੇ ਹੋਏ ਸਤਿਗੁਰੂ ਜੀ ਕਹਿੰਦੇ, ਐਸੀ ਦਿਵ ਦ੍ਰਿਸ਼ਟੀ ਖੁੱਲਦੀ ਹੈ ਕਿ ਸਾਰੀ ਖਲਕਤ ਦੇ ਅੰਦਰ, ਜੀਵਾਂ ਦੇ ਅੰਦਰ, ਜੰਤੂਆਂ ਦੇ ਅੰਦਰ ਉਸ ਗੁਰਸਿੱਖ ਨੂੰ, ਨਾਮ ਜਪਣ ਵਾਲੇ ਪ੍ਰਾਣੀ ਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ। ਇੱਥੋਂ ਤੱਕ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਕਿ ਜਿਹੜੇ ਪੰਛੀ ਬੋਲਦੇ ਨੇ, ਜਾਨਵਰ ਬੋਲਦੇ ਨੇ, ਉਹਨਾਂ ਦੀ ਬੋਲੀ ਦੇ ਵਿੱਚੋਂ ਵੀ ਉਹਨਾਂ ਨੂੰ ਨਿਰੰਕਾਰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਜੋ ਬੋਲਤ ਹੈ ਮ੍ਰਿਗਮੀਲ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪਰ ਐਸੀ ਅਵਸਥਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਦੂਸਰ ਨਾਹੇ। ਉਹ ਮਹਾਤਮਾ, ਉਹ ਗੁਰਸਿੱਖ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਹਿੰਦੇ। ਉਹਨਾਂ ਨੂੰ ਕੋਈ ਮਾੜਾ ਸ਼ਬਦ ਕਹਿ ਵੀ ਜਾਣ ਤੇ ਉਹ ਕ੍ਰੋਧ ਵਿੱਚ ਨਹੀਂ ਆਉਂਦੇ, ਗੁੱਸੇ ਵਿੱਚ ਨਹੀਂ ਹੁੰਦੇ। ਸਨਾਤਨ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਜਿਹੜਾ ਅਸਲ ਮਹਾਤਮਾ ਹੈ, ਕਿਸੇ ਦੇ ਦੁੱਖ ਨੂੰ ਸਹਾਰ ਨਹੀਂ ਸਕਦਾ ਤੇ ਆਪਣੇ ਦੁੱਖ ਨੂੰ ਸਹਾਰ ਲੈਂਦਾ ਹੈ। ਪਰਾਏ ਨੂੰ ਦੁਖੀ ਨਹੀਂ ਦੇਖ ਸਕਦਾ, ਆਪ ਦੁਖੀ ਰਹਿ ਸਕਦਾ ਹੈ। ਤੇ ਮਹਾਤਮਾ ਦੀ ਜਿਹੜੀ ਅਵਸਥਾ ਹੈ ਐਸੀ ਬਣ ਜਾਂਦੀ ਹੈ। ਵਿਦਵਾਨ ਮਹਾਪੁਰਸ਼ ਲਿਖਦੇ ਨੇ, ਕੈਸੇ ਨਿਰਦਵਿੰਦ ਪਏ ਸਮਝਨੇ ਕੀ ਬਾਤ ਹੈ। ਦੇਹ ਨੇਹ ਨੀੜੈ ਨਹੀਂ, ਲక్ష్ਮੀ ਕੋ ਹਿਰੈ ਨਹੀਂ, ਮਨ ਕਾਹੂ ਫੇਰੈ ਨਹੀਂ, ਪਾਹੁ ਸੰਗਾਤ ਹੈ।
ऐसो जब ज्ञान होत तबै कछ ध्यान होत, ब्रह्म के समान होत ब्रह्म में समात है। ਉਹ ਮਹਾਤਮਾ ਗੁਰਸਿੱਖ ਸਾਧਨਾ ਕਰਦੇ ਕਰਦੇ ਨਿਰੰਕਾਰ ਦੇ ਨਾਲ ਇੰਨੀ ਪ੍ਰੀਤੀ ਪੈ ਜਾਂਦੀ ਹੈ, ਸਰੀਰ ਦਾ ਨਹੀਂ ਟੁੱਟ ਜਾਂਦਾ ਹੈ। ਦੁਨੀਆ ਦੇ ਵਿੱਚ ਰਹਿੰਦੇ ਨੇ, ਪਦਾਰਥਾਂ ਦੀ ਕਮੀ ਨਹੀਂ, ਪਰ ਉਹਨਾਂ ਪਦਾਰਥਾਂ ਦੇ ਵਿੱਚ ਰਹਿੰਦੇ ਹੋਏ ਪਦਾਰਥਾਂ ਨਾਲ ਪ੍ਰੀਤੀ ਨਹੀਂ। ਲੋਕਾਂ ਵਾਲੀ ਉਹਨਾਂ ਦੀ ਰੀਤੀ ਨਹੀਂ। ਪਾਹਨ ਸਮਗਾਤ ਹੈ। ਪਾਹਨ ਕਹਿੰਦੇ ਨੇ ਪੱਥਰ ਨੂੰ, ਪਹਾੜ ਨੂੰ। ਪੱਥਰ ਜਿਹੜਾ ਹੈ, ਜੜ ਹੈ, ਇੱਕ ਜਗ੍ਹਾ ਤੇ ਪਿਆ ਰਹਿੰਦਾ, ਇਸ ਤਰ੍ਹਾਂ ਉਹਨਾਂ ਦਾ ਹਿਰਦਾ ਬਣ ਜਾਂਦਾ ਹੈ। ਐਸੋ ਜਬ ਗਿਆਨ ਹੋਤ ਤਬੈ ਕਛ ਧਿਆਨ ਹੋਤ, ਬ੍ਰਹਮ ਕੇ ਸਮਾਨ ਹੋਤ ਬ੍ਰਹਮ ਮੈਂ ਸਮਾਤ ਹੈ। ਫਿਰ ਉਹ ਮਹਾਤਮਾ ਸਾਧਨਾ ਕਰਦੇ ਕਰਦੇ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਹਨ। ਅੱਜ ਦੇ ਪਾਵਨ ਉਪਦੇਸ਼ ਦੇ ਅੰਦਰ, ਸ਼ਬਦ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਨਾਮ ਦੀ ਵਡਿਆਈ ਕਰ ਰਹੇ ਹਨ। ਚਹਾਓ ਵਾਲੀਆਂ ਜਿਹੜੀਆਂ ਪੰਕਤੀਆਂ ਹੁੰਦੀਆਂ ਨੇ, ਉਹਦੇ ਅੰਦਰ ਸ਼ਬਦ ਦਾ ਸਿਧਾਂਤ ਹੁੰਦਾ ਹੈ, ਨਿਚੋੜ ਹੁੰਦਾ ਹੈ। ਤੇ ਅੱਜ ਦੇ ਪਾਵਨ ਸ਼ਬਦ ਦਾ ਜੋ ਰਹੱਸ ਹੈ, ਨਿਚੋੜ ਹੈ, ਸਿਧਾਂਤ ਹੈ, ਉਹ ਇਸ ਪ੍ਰਕਾਰ ਹੈ। ਸਾਧ ਸੰਗਤ ਕੈ ਘਰ ਵਸੈ, ਏਕੋ ਸੱਚਾ ਸੋਏ। ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ। ਪਹਿਲਾ ਜ਼ਿਕਰ ਕੀਤਾ ਹੈ ਕਿ ਗੁਰੂ ਕੀ ਸੰਗਤ ਕਰਨੀ ਪਵੇਗੀ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨ ਉਦਾਰੇ। ਸੰਗਤ ਦਾ ਗੁਣ ਬਹੁਤ ਵੱਡਾ ਹੈ। ਗਨਕਾਂ ਨੂੰ ਕੌਣ ਨਹੀਂ ਸੀ ਜਾਣਦਾ। ਸਿੱਖ ਕੌਮ ਦੀ ਮਾਇਨਾਜ ਹਸਤੀ ਭਾਈ ਸਾਹਿਬ ਭਾਈ ਗੁਰਦਾਸ ਨੂੰ ਪੜ੍ਹੀਏ ਤੇ ਉਹਨਾਂ ਨੇ ਵੀ ਗਨਕਾਂ ਦਾ ਜ਼ਿਕਰ ਕੀਤਾ। ਭਾਈ ਸਾਹਿਬ ਲਿਖਦੇ ਨੇ, ਗਨਕਾ ਪਾਪਨ ਹੋਏ ਕੈ, ਪਾਪਾਂ ਦਾ ਗਲਹਾਰ ਪਰੂਤਾ। ਅਚਾਨ ਚੱਕ ਗਨਕਾ ਵਾੜੇ, ਮਹਾਂਪੁਰਖ ਆਨ ਖਲੋਤਾ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ। ਲਿਵ ਲਾਗੀ ਤਿਸ ਤੋਤੇ ਆਹੋ। ਭਾਈ ਗੁਰਦਾਸ ਨੇ ਜ਼ਿਕਰ ਕੀਤਾ ਹੈ ਕਿ ਮਹਾਤਮਾ ਹੈ, ਬੰਦਗੀ ਵਾਲਾ ਹੈ, ਸਾਧਨਾ ਕਰਨ ਵਾਲਾ ਹੈ। ਸ਼ਾਮ ਦਾ ਸਮਾਂ ਹੈ, ਮੂੰਹ ਅੰਧੇਰਾ ਹੋ ਚੁੱਕਾ ਹੈ, ਤੁਰਿਆ ਰਿਹਾ ਹੈ ਤੇ ਬੇਫਿਕਰ ਆਉਂਦਾ ਹੈ, ਨਗਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਉੱਥੇ ਬੜੇ ਨੌਜਵਾਨ ਖਲੋਤੇ ਨੇ, ਪੁੱਛਦਾ ਹੈ, ਭਾਈ ਮੈਂ ਰਾਤ ਕੱਟਣੀ ਹੈ। ਉਹਨਾਂ ਨੇ ਮਜ਼ਾਕ ਦੇ ਵਿੱਚ ਕਿਹਾ ਕਿ ਬਾਬਾ ਉਹ ਸਾਹਮਣੇ ਦੀਵਾ ਜਗਦਾ ਹੈ। ਬੰਦਗੀ ਵਾਲੇ ਮਹਾਤਮਾ ਨੇ ਨਾਮ ਨੂੰ ਜਪਦੇ ਹੋਏ ਤੁਰੇ ਜਾ ਰਹੇ ਨੇ, ਆਵਾਜ਼ ਮਾਰਦੇ ਨੇ ਕਿ ਉਹ ਘਰ ਹੈ ਗਨਕਾ ਦਾ। ਤੇ ਜਦੋਂ ਆਵਾਜ਼ ਮਾਰਦੇ ਨੇ, ਗਨਕਾ ਆਣ ਕੇ ਦਰਵਾਜ਼ਾ ਖੜਕਾਉਂਦੀ ਹੈ ਤੇ ਪਹਿਲਾ ਸ਼ਬਦ ਧੀਏ ਤੇ ਪੁੱਤਰੀ, ਅਸੀਂ ਰਾਤ ਕੱਟਣੀ ਹੈ। ਮਹਾਤਮਾ ਨੂੰ ਪਤਾ ਲੱਗਾ ਕਿ ਰਾਤ ਇੱਥੇ ਰਹਿਣਾ ਠੀਕ ਨਹੀਂ ਹੈ। ਕੁਝ ਬੋਲੇ ਨਹੀਂ ਤੇ ਅੱਗੇ ਤੁਰ ਪਏ ਨੇ। ਗਨਕਾ ਨੇ ਆਵਾਜ਼ ਮਾਰੀ, ਮਹਾਤਮਾ ਜੀ ਇਸ ਦਰ ਤੇ ਵਿਕਾਰਾਂ ਨੂੰ ਭੁਗਣ ਵਾਲੇ ਬੜੇ ਆਉਂਦੇ ਨੇ। ਜੇ ਧੀ ਕਹਿਣ ਵਾਲੇ, ਪੁੱਤਰੀ ਕਹਿਣ ਵਾਲੇ ਆਏ ਹੋ ਤੇ ਕਿਰਪਾ ਕਰਕੇ ਪਾਪਾਂ ਦਾ ਪਾਰ ਉਤਾਰਾ ਕਰ ਦਿਓ। ਭਾਈ ਗੁਰਦਾਸ ਨੇ ਵੀ ਜ਼ਿਕਰ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਜ਼ਿਕਰ ਕੀਤਾ ਹੈ ਕਿ ਉਸ ਮਹਾਤਮਾ ਦੇ ਪਾਸ ਇੱਕ ਤੋਤਾ ਸੀ। ਕਹਿਣ ਲੱਗੇ ਸੀ ਰਾਤ ਨਹੀਂ ਰਹਿਣਾ, ਸਾਡੇ ਪਾਸ ਇਹ ਤੋਤਾ ਹੈ, ਤੂੰ ਅੰਮ੍ਰਿਤ ਵੇਲੇ ਉੱਠ ਕਰਕੇ ਇਹਦੇ ਪਾਸ ਬੈਠੀਏ, ਰਾਮ ਰਾਮ ਕਵੇਗਾ, ਤੂੰ ਵੀ ਰਾਮ ਰਾਮ ਕਹੀ। ਉਸੇ ਤਰ੍ਹਾਂ ਕੀਤਾ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਮਹਾ ਪਵਿੱਤਰ ਸਾਧਕਾ ਸੰਗ, ਜਿਸ ਭੇਟਤ ਲਾਗੇ ਹਰ ਰੰਗ। ਸਾਰਿਆਂ ਤੋਂ ਸ਼੍ਰੋਮਣੀ ਮਹਾਤਮਾ ਦੀ ਸੰਗਤ ਹੈ, ਜਿਹਦੇ ਵਿੱਚੋਂ ਨਾਮ ਦਾ ਰੰਗ ਚੜ੍ਹਦਾ ਹੈ।
कनका रोज अमृत वेले उठती है, उस तोते पास बैठती है, वो राम राम आखदा है तो भी राम राम आखदी है। गुरु तेग बहादुर साहब कहते सूआ पढ़ावत कनका धरी, कि उस पापन कनका का भी पार उतारा होया, कारण की महात्मा की संगत मिली। कबीर संगत करिए साध की अंत करे निर्बाहो। कबीर साहब जी ने भी जिक्र किया, गुरबाणी के अंदर बार बार जिक्र आया है महात्मा की संगत का, गुरसिखां की संगत का, गुरु की संगत का। सत्संगत कैसी जानी है, जिथे एको नाम मुखानी है, एको नाम हुक्म है, नानक सतगुरु दिया बुझाए जियो। जिथे एक दी विचार होती है, एक दी वडियाई होती है, एक दी उस्तत होती है, एक दी महिमा होती है, वो है गुरु की संगत, महात्मा की संगत, गुरसिखां की संगत। फिर गुरु अर्जन साहब महाराज जी ने अज के मुख वाक अंदर, अज के भी शब्द के अंदर जिक्र किया है। इस मन को संबोधन करते हैं कि मना हर हर नाम ध्याए, तेनों हरि के नाम ध्याना पवेगा। सतगुरु जी बाणी विच कृपा करते हैं, हर हर नाम जपंतिया कस ना कहे जमकाल। जमकाल नाम है जमा का, काल नाम मौत का। ਜਿਹੜੇ ਪ੍ਰਾਣੀ ਨਾਮ ਨੂੰ ਧਿਆਉਂਦੇ ਨੇ, ਨਾਮ ਨੂੰ ਜਪਦੇ ਨੇ, ਕਾਲ ਵੀ ਉਹਨਾਂ ਤੇ ਵਸੀਕਾਰ ਨਹੀਂ ਹੋ ਸਕਦਾ। ਕਾਲ ਵੀ ਦਾ ਜਿਹੜਾ ਅਸਰ ਉਹਨਾਂ ਤੇ ਨਹੀਂ ਪੈ ਸਕਦਾ। ਜਮਦੂਤ ਵੀ ਜਿਹੜੇ ਨੇ ਉਹਨਾਂ ਦੇ ਪਾਸ ਨਹੀਂ ਆਉਂਦੇ। ਧਰਮ ਰਾਜਾ ਵੀ ਉਹਨਾਂ ਨੂੰ ਆਖਦਾ ਹੈ, ਨਾਮ ਨਾ ਛੁੱਟਾ ਹੈ ਨਿਕਟ ਨਾ ਜਾਈਏ ਦੂਤ। ਇਹ ਸਾਰੀ ਜਿਹੜੀ ਵਡਿਆਈ ਹੈ ਇਹ ਨਾਮ ਦੀ ਹੈ। नाम की नामना शब्द दीपा। गुरु तेग बहादुर साहब कहते नाम रहे साधु रहे गुरु गोबिंद, कहु नानक ये जगत मैं किन जपियो गुरमंद। नाम की वडियाई सजीवी रवेगी जिन्ना चਿਰ संसार रहेगा। महात्मा की वडियाई बंदगी करने वाले की सदा रहेगी जिन्ना चਿਰ संसार रहेगा। गरीब नवाज कृपा करते हैं भाई, नाम जिहड़ा है इस लोक के अंदर भी सहायता करता है, प्रलोक के अंदर भी सहायता करता है। कबीर साहब जी का एक श्लोक असीं पढ़ते हैं, कबीर हर का सिमरन जो करे सो सुखिया संसार, इत उत कतह न डोलई जिस राखे सिरजनहार। सिमरन करने वाले इस लोक के अंदर भी परमात्मा की रखिया करता है। जो सारे संसार को पालता है, सारे संसार की रखिया करता है, फिर नाम जपन वाले प्राणी की परलोक के अंदर भी परमात्मा सहायता करता है। गुरु अर्जन साहब जी कृपा करते हैं, लोक सुखिए परलोक सुखिले, नानक हर प्रभ आपह मिले। ऐसी उन्होंने निरंकार प्रभु की कृपा होती है, परमात्मा की मिहर होती है, उन्होंने अपने अंदर अभेद कर लेते हैं। वो तो आखते हैं मन मेरे सुख सहज सेती जपनाओ। 8 पहर प्रभ ध्याए तो गुण गोविंद नित गाओ। वो तो निता प्रति नालदियां भी आखते हैं, लुकाई भी आखते हैं कि भाई सहज के अंदर शांति के अंदर नाम नूं जपना कर। जे नाम नूं जपेगा तैनूं आत्मिक सुख की दात मिलेगी। गुरबाणी के अंदर बार बार सतगुरु जी ने जिक्र किया है। गुरु नानक साहब जी तो लैके कलगीधर पिता गुरु गोबिंद सिंह महाराज जी तक इतिहास में पढ़िएगा। बेअंत गुरसिख माई पाई सतगुरु जियां दे कोल आउंदे ने ते सतगुरु जी की एक ही सिक्ख्या है कि भाई नाम जपना पवेगा। कवि राज भाई संतोख सिंह जी उन्होंने जिक्र किया है कि कलगीधर पिता गुरु गोबिंद सिंह महाराज आनंदपुर साहब की धरती से बरात रहे हैं। गर्मियां की रुत है ते महाराज जी के गढ़वई सिख सन भाई आलम सिंह। सतगुरु जी आवाज मारते भाई आलम सिंह प्यास बड़ी लगी है, जल छकाओ।
ਮਹਾਰਾਜ ਸਾਹਿਬ ਜੀ ਦੇ ਕੋਲ ਇੱਕ ਬਹੁਤ ਅਮੀਰ ਘਰਾਣੇ ਦੇ ਅੰਦਰੋਂ ਜਿਹੜਾ ਨੌਜਵਾਨ ਹੈ ਬੈਠਾ ਹੈ। ਸੋਚੇ ਕਿ ਸਤਿਗੁਰੂ ਜੀ ਦੀ ਸੇਵਾ ਮਿਲੀ ਹੈ, ਉੱਠਿਆ ਹੈ, ਲੋਟਾ ਲਿਆ, ਉਹਦੇ ਅੰਦਰ ਪਾਣੀ ਪਾਇਆ ਤੇ ਮਹਾਰਾਜ ਜੀ ਦੇ ਸਾਹਮਣੇ ਪਿਆ। ਸਤਿਗੁਰੂ ਜੀ ਕਿ ਵੇਖਦੇ ਨੇ ਕਿ ਹੱਥ ਬੜੇ ਕੋਮਲ ਹਨ। ਕਹਿ ਲੱਗੇ ਸਿੱਖਾ ਕੰਮ ਕੀ ਕਰਦਾ ਹੈ? ਕਹਿਣ ਲੱਗਾ ਮਹਾਰਾਜ ਤੁਹਾਡੀ ਬੜੀ ਕਿਰਪਾ ਹੈ, ਧਨ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ, ਨੌਕਰਾਂ ਦੀ ਕਮੀ ਨਹੀਂ। ਅੱਜ ਇਹ ਪਹਿਲਾ ਦਿਨ ਹੈ ਜੋ ਮੈਂ ਆਪ ਜੀ ਨੂੰ ਜਲ ਛਕਾ ਰਿਹਾ ਹਾਂ। ਸਤਿਗੁਰੂ ਜੀਆਂ ਨੇ ਉਹ ਜਲ ਜਿਹੜਾ ਰੋੜ ਦਿੱਤਾ ਹੈ ਤੇ ਨਾਲ ਬਚਨ ਕਿਹਾ ਕਿ ਗੁਰਦੇ ਦੇ ਹੱਥ ਲੱਗਣ ਕਰਕੇ ਪਾਣੀ ਪਵਿੱਤਰ ਹੋ ਗਿਆ ਹੈ। ਕਹਿਣ ਲੱਗਾ ਮਹਾਰਾਜ ਮੈਂ ਤੇ ਜਿਉਂਦਾ ਹਾਂ। ਸਤਿਗੁਰੂ ਜੀ ਕਹਿਣ ਲੱਗੇ ਸੇਵਾ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਮਨੁੱਖ ਮੁਰਦਿਆਂ ਦੇ ਤੁਲ ਹੈ। ਹਾਥ ਪਵਿੱਤਰ ਟਹਿਲ ਤੇ ਜਾਨੋ, ਪਦ ਪਵਿੱਤਰ ਗੁਰਦਰਸ਼ ਪਿਆਨੋ। ਇਹ ਬਚਨ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਜ਼ਿਕਰ ਕੀਤੇ ਜੋ ਸਤਿਗੁਰੂ ਜੀ ਨੇ ਉਸ ਸਿੱਖ ਨੂੰ ਕਹਿਣਾ ਕੀਤੇ ਕਿ ਸਿੱਖਾ ਹੱਥ ਤਾਸ ਖਲੋਣਗੇ ਜੇ ਗੁਰਸਿੱਖਾਂ ਦੀ, ਗੁਰੂ ਕੀ ਸੰਗਤ ਦੀ, ਮਹਾਂਪੁਰਖਾਂ ਦੀ ਸੇਵਾ ਕਰੇਗਾ। ਪੈਰ ਤੇਰੇ ਤਾਸ ਖਲੋਣਗੇ ਜੇ ਗੁਰੂ ਦੀਆਂ ਜਾ ਕੇ ਪਰਿਕਰਮਾ ਕਰੇਗਾ। ਅੱਖ ਤੇਰੀਆਂ ਤਾਂ ਸਫਲੀਆਂ ਹੋਣਗੀਆਂ ਜੇ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰੇਗਾ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਗਏ। ਭਾਈ ਗੁਰਦਾਸ ਕਹਿੰਦੇ ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲੀ ਹੈ, ਮਨੁੱਖਾ ਜਨਮ ਮਿਲਿਆ ਹੈ। ਇਹ ਸਫਲ ਕਿਵੇਂ ਹੋਵੇਗਾ? ਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਕਰਕੇ। ਅੱਗੇ ਜ਼ਿਕਰ ਕਰਦੇ ਨੇ ਨੇਤਰ ਅਮੋਲ ਗੁਰਦਰਸ਼ ਅਮੋਲ ਦਿਖੈ। ਨੇਤਰ ਜਿਹੜੇ ਨੇ ਤਾਂ ਸਫਲ ਨੇ ਜੇ ਅਮੁੱਲਕ ਸਤਿਗੁਰੂ ਜੀ ਦੇ ਦੀਦਾਰ ਕਰੇਗਾ, ਦਰਸ਼ਨ ਕਰੇਗਾ। ਫਿਰ ਜ਼ਿਕਰ ਕਰਦੇ ਨੇ ਰਸਨਾ ਅਮੋਲ ਗੁਰ ਬਚਨ ਧਰਨ ਕੈ। ਜੀਵਾ ਤਾਂ ਸਫਲ ਹੋਵੇਗੀ ਜੇ ਜੀਵਾ ਦੇ ਨਾਲ ਵਾਹਿਗੁਰੂ ਦੇ ਮੰਤਰ ਨੂੰ ਜਪੇਗਾ। ਹਸਨ ਅਮੋਲ ਦੇਵ ਸੇਵ ਕੈ ਸਫਲ। ਹਸਨ ਕਹਿੰਦੇ ਨੇ ਹੱਥਾਂ ਨੂੰ, ਹੱਥ ਤਾਂ ਸਫਲ ਹੋਣਗੇ ਜੇ ਤੂੰ ਗੁਰੂ ਦੀ ਸੇਵਾ ਕਰੇਗਾ। ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ। ਸਤਿਗੁਰੂ ਜੀ ਨੇ ਸਾਰਾ ਉਪਦੇਸ਼ ਬਖਸ਼ਿਆ। ਉਹ ਸਿੱਖ ਸਤਿਗੁਰੂ ਜੀਆਂ ਦੇ ਚਰਨਾਂ 'ਚ ਡਿੱਗ ਪਿਆ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਭੁੱਲ ਹੋ ਗਈ। ਗਰੀਬ ਨਵਾਜ ਕਹਿੰਦੇ ਭਾਈ ਨਾਮ ਜਪਣਾ ਹੈ। ਜਿੰਨੀਆਂ ਵੀ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੀਆਂ ਨੇ, ਗੁਰੂ ਦੀਆਂ ਸੰਗਤਾਂ ਨੂੰ ਲੰਗਰ ਛਕਾਇਆ ਕਰ। ਤੇਰੇ ਤੇ ਨਿਰੰਕਾਰ ਦੀ ਕਿਰਪਾ ਹੋਵੇਗੀ। ਗੁਰੂ ਕੇ ਸਿੱਖ ਨੇ ਹੁਕਮ ਮੰਨਿਆ, ਜੋ ਗੁਰ ਕਹੈ ਸੋਈ ਪਦ ਮੰਨਹੁ। ਉਸੇ ਹੁਕਮ ਦੀ ਪਾਲਣਾ ਕਰਦੇ ਗੁਰੂ ਕੇ ਸਿੱਖ ਨੇ ਲੰਗਰ ਲਾਏ। ਆਪ ਸੇਵਾ ਕਰਦਾ ਹੈ, ਨਾਮ ਜਪਦਾ ਹੈ। ਗੁਰੂ ਦੀਆਂ ਸੰਗਤਾਂ ਨੇ ਆਣ ਕੇ ਬੇਨਤੀ ਕੀਤੀ, ਸਤਿਗੁਰੂ ਜੀ ਅਮੁੱਕਾ ਜਿਹੜਾ ਸਿੱਖ ਹੈ ਬਹੁਤ ਗੁਰੂ ਦੀ ਸੰਗਤ ਦੀ ਸੇਵਾ ਕਰਦਾ ਹੈ। ਸਤਿਗੁਰੂ ਜੀਆਂ ਨੇ ਸੁਨੇਹਾ ਭੇਜਿਆ, ਸਿੱਖ ਆਉਂਦਾ ਬੜੀ ਕਿਰਪਾ ਕੀਤੀ ਹੈ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਉਸ ਸਿੱਖ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਉਹਦਾ ਜੀਵਨ ਸਫਲ ਕਰ ਦਿੱਤਾ। ਕਾਰਨ ਕੀ? ਕਿਉਂਕਿ ਸਤਿਗੁਰੂ ਜੀ ਦਾ ਹੁਕਮ ਮੰਨਿਆ, ਗੁਰੂ ਕੀ ਸੰਗਤ ਦੀ ਸੇਵਾ ਕੀਤੀ ਤੇ ਨਾਮ ਜਪਿਆ। ਤੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਵਾਰ-ਵਾਰ ਸਾਨੂੰ ਇਹ ਕਹਿ ਰਹੇ ਨੇ, ਕਦੀ ਮਨ ਨੂੰ ਸੰਬੋਧਨ ਕਰ ਰਹੇ ਨੇ, ਕਦੀ ਕਹਿ ਰਹੇ ਨੇ ਜੀ ਭਾਈ ਤੁਹਾਨੂੰ ਨਾਮ ਜਪਣਾ ਪਵੇਗਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਜਿਵੇਂ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਰਚਨਾ ਨੂੰ ਕਰੀਏ ਪਵਿੱਤਰ। ਆਖੋ ਜੀ ਸਤਿਨਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਹਨ। ਨਾਮ ਧਿਆਏ ਸੋ ਸੁਖੀ। ਜਿਹੜੇ ਭਾਈ ਨਾਮ ਨੂੰ ਧਿਆਉਂਦੇ ਹਨ
ਸੋ ਨਾਮ ਉਹ ਜਿਹੜੇ ਗੁਰਸਿੱਖ ਹਨ, ਪ੍ਰਾਣੀ ਹਨ, ਸੁਖੀ ਨਾਮ ਸੁਖ ਦੇ ਵਿੱਚ ਹਨ, ਆਨੰਦ ਦੇ ਵਿੱਚ ਹਨ। ਨਾਮ ਧਿਆਏ ਸਾਧਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਜਬਹਿ ਕੀਤੋ ਪਵਨ ਪੁਨੀਤ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾਮ ਨੂੰ ਧਿਆਉਣ ਵਾਲੇ ਭਾਈ ਜਿੰਨਾ ਹੀ ਭਵਨਾਂ ਨੂੰ ਪੁਨੀਤ ਪਵਿੱਤਰ ਕਰ ਦਿੰਦੇ ਹਨ। ਇੱਥੋਂ ਤੱਕ ਕਿ ਜੇ ਨਰਕਾਂ ਦੇ ਵੀ ਜਾਣ ਤੇ ਨਰਕ ਵੀ ਜਿਹੜੇ ਨੇ ਉਹ ਵੀ ਠੰਡੇ ਕਰ ਦਿੰਦੇ ਨੇ। ਜਨਕ ਰਾਜੇ ਵਰਗੇ ਨਰਕਾਂ ਦੇ ਜੀਵ ਜਿਹੜੇ ਨੇ ਵਿਰਲਾਪ ਕਰਨ ਤੋਂ ਹਟ ਜਾਂਦੇ ਨੇ। ਨਾਮ ਤੇ ਆਏ ਸੋ ਸੁਖੀ, ਨਾਮ ਨੂੰ ਧਿਆਉਣ ਵਾਲੇ ਜੀਵ ਸੁਖੀ ਹਨ। ਤਿਸ ਮੁਖ ਉਜਲ ਹੋਏ। ਫਿਰ ਉਹਨਾਂ ਗੁਰਸਿੱਖਾਂ ਦਾ, ਉਹਨਾਂ ਪ੍ਰਾਣੀਆਂ ਦਾ ਮੁਖ ਜਿਹੜਾ ਹੈ ਇਸ ਲੋਕ ਦੇ ਅੰਦਰ ਵੀ ਭਾਈ ਉਜਲ ਹੁੰਦਾ ਹੈ, ਪਰ ਲੋਕ ਦੇ ਅੰਦਰ ਵੀ ਉਜਲ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਦੇਵ ਉਜਲੇ ਕੀਤੀ ਛੁੱਟੀ ਨਾਲ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਉਹ ਗੁਰਸਿੱਖ ਮਹਾਤਮਾ ਆਪ ਤੇ ਤਰਦੇ ਨੇ ਤੇ ਉਹਨਾਂ ਦੀ ਸੰਗਤ ਕਰਕੇ ਹੋਰ ਕੀਤੀ ਛੁੱਟੀ ਨਾਲ ਬੇਅੰਤ ਜਿਹੜੀ ਸ੍ਰਿਸ਼ਟੀ ਦੀ ਲੁਕਾਈ ਹੈ ਉਹਨਾਂ ਦੀ ਸੰਗਤ ਕਰਕੇ ਤਰ ਜਾਂਦੀ ਹੈ। ਭਾਈ ਗੁਰਦਾਸ ਕਹਿੰਦੇ ਨੇ ਆਪ ਤਰੇ ਤਾਰੇਨ ਸਰਿਠਾ, ਉਹ ਆਪ ਹੀ ਤਰਦੇ ਨੇ, ਸ੍ਰਿਸ਼ਟੀ ਦਾ ਭਲਾ ਕਰਦੇ ਨੇ। ਇਸ ਮੁਖ ਉਜਲ ਹੋਏ, ਉਹਨਾਂ ਦੇ ਮੁਖ ਲੋਕ ਦੇ ਅੰਦਰ ਪਰਲੋਕ ਦੇ ਅੰਦਰ ਭਾਈ ਉਜਲੇ ਹੁੰਦੇ ਹਨ। ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਜਿਹੜਾ ਨਾਮ ਹੈ ਨਾ ਜਾਂ ਸਿੱਖੀ ਦੀ ਦਾਤ ਹੈ ਇਹ ਪੂਰਿਆਂ ਗੁਰਾਂ ਤੋਂ ਪਾਈਏ ਪ੍ਰਾਪਤ ਹੁੰਦੀ ਹੈ। ਪ੍ਰਗਟ ਸਭਨੀ ਲੋਏ, ਲੋਏ ਨਾਮ ਹੈ ਲੋਕਾਈ ਦਾ। ਇਹ ਗੱਲ ਸਾਰੀ ਲੋਕਾਈ ਦੇ ਅੰਦਰ ਪ੍ਰਗਟ ਹੈ ਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਤੋਂ ਬਿਨਾਂ ਧਿਆਨ ਨਹੀਂ ਤੇ ਗੁਰੂ ਤੋਂ ਬਿਨਾਂ ਸੁਰਤੀ ਨਹੀਂ। ਭੱਟਾ ਨੇ ਜ਼ਿਕਰ ਕੀਤਾ ਹੈ ਨਾ, ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰੂ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਭੱਟ ਸਾਹਿਬਾਨ ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਤੋਂ ਬਿਨਾਂ ਧਿਆਨ ਨਹੀਂ। ਆਸਾ ਦੀ ਵਾਰਤ ਸਤਿਗੁਰੂ ਜੀ ਕਹਿੰਦੇ ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪ੍ਰਗਟ ਸਭਨੀ ਲੋਏ, ਇਹ ਗੱਲ ਪ੍ਰਗਟ ਹੈ ਕਿ ਗੁਰੂ ਤੋਂ ਬਿਨਾਂ ਕੁਝ ਪ੍ਰਾਪਤੀ ਨਹੀਂ। ਗੁਰੂ ਦੀ ਕਿਰਪਾ ਹੋਵੇ ਫਿਰ ਹੀ ਨਾਮ ਦੀ ਗੁਰਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕੈ ਘਰ ਵਸੈ। ਸਾਧੂਆਂ ਦੀ ਸੰਗਤ ਅੰਦਰ ਜਾਂ ਸਾਧ ਸੰਗਤ ਦੇ ਘਰ ਦੇ ਅੰਦਰ ਪ੍ਰਤੱਖ ਜਿਹੜਾ ਹਰੀ ਪ੍ਰਮਾਤਮਾ ਵਸਦਾ ਹੈ। ਇੱਕੋ ਸੱਚਾ ਸੋਏ। ਜਿਹੜਾ ਵਾਹਿਗੁਰੂ ਜੀ ਇੱਕ ਹੈ, ਸੱਚਾ ਹੈ, ਪਹਿਲਾਂ ਵੀ ਸੱਚਾ ਹੈ, ਹੁਣ ਵੀ ਸੱਚਾ ਹੈ, ਆਉਣ ਵਾਲੇ ਸਮੇਂ ਅੰਦਰ ਵੀ ਸੱਚਾ ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਿ ਸੱਤੇ ਜੁਗਾਦ ਸੱਤੇ ਪ੍ਰਤੱਖ ਸੱਤੇ, ਇੱਕੋ ਸੱਚਾ ਸੋਏ। ਉਹ ਤਿੰਨਾਂ ਸਮਿਆਂ ਅੰਦਰ ਇੱਕ ਵਾਹਿਗੁਰੂ ਜੀ ਸੱਚੇ ਹਨ। ਮੇਰੇ ਮਨ ਹਰ ਹਰ ਨਾਮ ਧਿਆਏ। ਇਸ ਮਨ ਨੂੰ ਸੰਬੋਧਨ ਕਰਦੇ ਨੇ ਮਨਾ ਹਰ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ। ਹਰ ਸ਼ਬਦ ਆਕਾਸ਼ ਦਾ ਵੀ ਹੈ, ਹਰ ਸ਼ਬਦ ਬਦਲਾਂ ਦਾ ਵੀ ਹੈ, ਹਰ ਸ਼ਬਦ ਬਿਜਲੀ ਦਾ ਵੀ ਹੈ, ਹਰ ਸ਼ਬਦ ਸੱਪ ਦਾ ਵੀ ਹੈ ਤੇ ਹਰ ਸ਼ਬਦ ਦੇ ਜਿਹੜੇ ਅਖਰੀ ਅਰਥ ਹਨ ਕਲਗੀਧਰ ਪਿਤਾ ਮਹਾਰਾਜ ਜੀ ਨੇ ਦਸਮ ਦੀ ਬਾਣੀ ਨੂੰ ਪੜ੍ਹੇ ਕੀਤੇ ਹਨ। ਹਰ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹਰ ਨਾਮ ਪਰਮੇਸ਼ਰ। ਨਾਮ ਧਿਆਏ ਭਾਈ ਉਹਦੇ ਨਾਮ ਨੂੰ ਧਿਆਉਣਾ ਕਰ। ਨਾਮ ਸਹਾਈ ਸਦਾ ਸੰਗ। ਭਾਈ ਨਾਮ ਜਿਹੜਾ ਹੈ ਹਮੇਸ਼ਾ ਜੀਵ ਦੇ ਅੰਗ ਸੰਗ ਹੈ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ। ਉਹ ਨਾਮ ਜਪਣ ਵਾਲੇ ਆਖਦੇ ਨੇ ਅਸੀਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਜਾਈਏ ਉਹ ਸਾਈਂ ਪਰਮਾਤਮਾ ਸਾਡੇ ਅੰਗ ਸੰਗ ਹੈ, ਸਾਡੇ ਨਾਲ ਹੈ। ਨਾਮ ਸਹਾਈ ਸਦਾ ਸੰਗ ਅੱਗੇ ਲੈ ਛਡਾਏ। ਫਿਰ ਜਦੋਂ ਜੀਵ ਅੱਗੇ ਜਾਂਦਾ ਹੈ, ਲੋਕ ਤੋਂ ਕੂਚ ਕਰਦਾ ਹੈ, ਪਰਲੋਕ ਵੱਲ ਜਾਂਦਾ ਹੈ, ਉੱਥੇ ਵੀ ਫਿਰ ਹਰੀ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਜੀਵ ਦੀ ਸਹਾਇਤਾ ਕਰਦਾ ਹੈ। ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉੱਥੇ ਵੀ ਨਿਰੰਕਾਰ ਹਰੀ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਛਡਾਏ ਭਾਈ ਜੀਵਾਂ ਨੂੰ ਛਡਾ ਲੈਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਦੁਨੀਆ ਕੀਆ ਵਡਿਆਈਆ। ਗਰੀਬਨ ਬਾਤ ਕਹਿੰਦੇ ਸੰਸਾਰ ਦੀਆਂ ਜਿਹੜੀਆਂ ਵਡਿਆਈਆਂ ਹਨ
ਸੰਸਾਰ ਦੀ ਜਿਹੜੀ ਸ਼ੋਹਰਤ ਹੈ, ਵਡਿਆਈਆਂ ਜਿਹੜੀਆਂ ਹਨ, ਕਵਨੇ ਆਵਹਿ ਕਾਮ। ਕਵਣੇ ਨਾਮ ਕਿਹੜੇ? ਭਾਈ ਕਿਸੇ ਵੀ ਕੰਮ ਵਿੱਚ ਨਹੀਂ ਹਨ, ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਮਾਇਆ ਕਾ ਰੰਗ ਸਭ ਫਿੱਕਾ। ਇਹ ਸੰਸਾਰ ਦੀ ਮਾਇਆ ਦਾ, ਸੰਸਾਰ ਦੇ ਰਾਜ ਭਾਗ ਦਾ ਜਿਹੜਾ ਰੰਗ ਹੈ ਭਾਈ ਬਹੁਤ ਫਿੱਕਾ ਹੈ। ਜਿਵੇਂ ਕੱਚਾ ਰੰਗ ਹੁੰਦਾ ਹੈ ਉਹ ਪਾਣੀ ਨਾਲ ਲਹਿ ਜਾਂਦਾ ਹੈ, ਇਸੇ ਤਰ੍ਹਾਂ ਭਾਈ ਮਾਇਆ ਦਾ ਰੰਗ ਹੈ, ਰਾਜ ਭਾਗ ਦਾ ਰੰਗ ਹੈ। ਦੁਨੀਆ ਦੇ ਵੱਡੇ ਵੱਡੇ ਰਾਜੇ ਆਏ, ਮੁਹੰਮਦ ਬਿਨ ਤੁਗਲ ਵਰਗੇ, ਜਿਨ੍ਹਾਂ ਨੂੰ ਇੰਨਾ ਮਾਣ ਸੀ ਕਿ ਇਸਲਾਮ ਧਰਮ ਤੋਂ ਬਿਨਾਂ ਹੋਰ ਕੋਈ ਧਰਮ ਨਹੀਂ। ਭਗਤ ਨਾਮਦੇਵ ਵਰਗੇ ਨੂੰ ਸਜ਼ਾ ਦਿੱਤੀ, ਪਰ ਕਹਿੰਦੇ ਭਗਤ ਨਾਮਦੇਵ ਦੀ ਰੱਖਿਆ ਪਰਮਾਤਮਾ ਨੇ ਕੀਤੀ। ਮੁਹੰਮਦ ਬਿਨ ਤੁਗਲ ਨੇ ਵਚਨ ਕਹੇ ਸਨ ਕਿ ਜਾਂ ਤੇ ਮਰੀ ਹੋਈ ਗਊ ਚੋਂਦੀ ਕਰੋ, ਜਾਂ ਕੋਈ ਕਰਾਮਾਤ ਦਿਖਾਓ, ਨਹੀਂ ਤੇ ਤੁਹਾਡੀ ਮੌਤ। ਭਗਤ ਨਾਮਦੇਵ ਜੀ ਕਹਿੰਦੇ ਸਾਧ ਘੜੀ ਜਬ ਬੀਤੀ ਸੁਣੀ, ਅਜਹੁ ਨਾ ਆਇਓ ਤਰੇ ਪਵਨ ਧਨੀ। ਦੂਸਰੇ ਪਾਸੇ ਮਹੱਲਾਂ ਦੇ ਅੰਦਰ ਕਹਿੰਦੇ ਪੀੜਾ ਉੱਠੀ ਹੈ, ਬਹੁਤ ਤਰਸ ਰਿਹਾ ਹੈ। ਵੱਡੇ ਵੱਡੇ ਸ਼ਾਹੀ ਹਕੀਮ ਆਏ, ਕਹਿਣ ਲੱਗੇ ਬਾਦਸ਼ਾਹ ਤੁਸੀਂ ਆਪਣੀ ਕੈਦ ਦੇ ਅੰਦਰ ਕੋਈ ਦਰਵੇਸ਼ ਨੂੰ ਕੈਦ ਕੀਤਾ ਹੋਇਆ ਹੈ, ਛੱਡ ਉਸ ਨੂੰ। ਛੱਡਣ ਦੇ ਸੰਦੇਸ਼ ਦਿੱਤੇ ਤੇ 8ਵੀਂ ਘੜੀ ਦੇ ਅੰਦਰ ਮਰੀ ਹੋਈ ਗਾਂ ਵੀ ਜਿਉਂਦੀ ਹੋ ਗਈ। ਗਰੁੜ ਚਲੇ ਗੋਬਿੰਦ ਆਏ ਨਾ। ਪਰਮਾਤਮਾ ਨੇ ਪ੍ਰਤੱਖ ਰੂਪ ਦੇ ਅੰਦਰ ਗਊ ਵੀ ਜਿਉਂਦੀ ਕੀਤੀ ਤੇ ਭਗਤ ਨਾਮਦੇਵ ਦੀ ਵਡਿਆਈ ਕੀਤੀ। ਹੋਰ ਵੱਡੇ ਵੱਡੇ ਔਰੰਗਜ਼ੇਬ ਵਰਗੇ ਬਾਦਸ਼ਾਹ, ਜਿਨ੍ਹਾਂ ਦੇ ਪਾਸ 10,000 ਕਿਲਾ ਹੈ ਰਹਿਣ ਦੇ ਵਾਸਤੇ। 4 ਪ੍ਰਕਾਰ ਦੀ ਫੌਜ ਹੈ, ਫੌਜਾਂ ਦੀ ਗਿਣਤੀ ਨਹੀਂ, ਬੇਅੰਤ ਫੌਜਾਂ ਨੇ। ਰਾਜ ਭਾਗ ਦਾ ਇੰਨਾ ਮਾਣ ਹੈ ਕਿ ਸਾਡਾ ਰਾਜ ਸਦੀਵੀ ਰਹੇਗਾ। ਪਰ ਅੱਜ ਔਰੰਗਜ਼ੇਬ ਦੇ ਨਾਮ ਨੂੰ ਕੋਈ ਲੈਣ ਵਾਸਤੇ ਤਿਆਰ ਨਹੀਂ। ਉਹਦੀ ਕਬਰ ਤੇ ਰਹਿਣ ਵਾਲੇ ਜਿਹੜੇ ਹਨ, ਟਕਾ ਟਕਾ ਰੁਪਈਆ ਮੰਗ ਕੇ ਦੀਵੇ ਅੰਦਰ ਤੇਲ ਪਾਉਂਦੇ ਨੇ, ਉਹਦੀ ਕਬਰ ਤੇ ਦੀਵਾ ਜਗਾਉਂਦੇ ਨੇ। ਤੇ ਦੂਸਰੇ ਪਾਸੇ ਕਲਗੀਧਰ ਪਿਤਾ ਮਹਾਰਾਜ, ਜਿੱਥੇ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਪਾਈਆਂ, ਬੇਅੰਤ ਗੁਰੂ ਦੀਆਂ ਸੰਗਤਾਂ ਉੱਤੇ ਨਤਮਸਤਕ ਹੁੰਦੀਆਂ ਨੇ। योगी अल्लाह यार खान ने जिक्र किया है, हिंद में एक तीर्थ है यात्रा के लिए, जहाँ बाप ने बेटे कटाए खुदा के लिए। चमका चमकाओ तेरे जिलों में, जहीं से सितारे बन के गए आसमान के लिए। माया का रंग सब फीका, ये माया का रंग जिहड़ा है बहुत फीका है। तकरीबन नवाज कहते जिहड़े तमाम रंग ने ना, जातों बिन संतान एक दिन खत्म हो जाने ने। विधान कहते ने अंत माया के जिहड़े रंग ने, राज भाग के जिहड़े रंग ने भाई खत्म हो जाने हैं। जाके हृदय हर वसै, जिन्हां दे हिरदे अंदर भाई हरि अकाल पुरख वाहिगुरु जी वस जाते हैं। सो पूरा प्रधान, सो नाम को जिहड़े प्राणी हैं भाई पूरे हैं। प्रधान नाम हुंदा है मुखी दा, वो इस लोक के अंदर भी मुखी हैं, परलोक के अंदर भी मुखी हैं। साधु की हो रेणुका, गरीब नवाज कहते जिहड़े साधु ने, महात्मा ने, जास जपत हर होवे साध, संतन की सुन साची साखी, सो बोले जो पेखे आखी। वो महात्मा जिहड़े जिंदगी के अंदर प्रैक्टिकल करके फिर लोकाई नूं सिक्ख्या दिंदे ने, परमात्मा के साक्षात्कार दर्शन कर लेंदे हैं। साधु की हुई रेणुका, ऐसे महापुरखों के चरणों की धूड़ होना कर। अपना आप त्याग, अपने आपे नूं छड़ देना कर, अपने हंकार नूं छड़ देना कर। सियाणप सगल छड्ड, ते गरीब नवाज कहते उपाव सियाणप सगल छड्ड। तमाम जिहड़े उपाव करने हैं, यतन करने हैं, हीले करने हैं, अनेकां प्रकार दीयां सियाणपां करनियां ने कि मेरे वर्गा ते कोई सियाणा है। सगल छड्ड, सारियां हीलियां नूं, सारियां उपावां नूं, सियाणपां नूं छड्ड करके गुर की चरणी लाग। भाई पूरियां गुरां दे चरनी लगना कर। गुर पूरे चरनी लाया, हर संग सहाई पाया। जह जाइए तहां सुहेले, कर कृपा प्रभ मेले। गुर की चरनी लाग, गुरु जियां दे चरनी लगना कर। तिसह प्राप्त रतन होए, गरीब नवाज कहते जो भाई पूरियां गुरां दे चरनां दी शरण विच लगदे हन, चरनां नाल जुड़दे हन, ते उन्हां नूं
ਨਾਮ ਰੂਪੀ ਜਿਹੜੇ ਰਤਨ ਹਨ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਮਸਤਕ ਹੋਵੇ ਭਾਗ। ਤੇ ਸਤਿਗੁਰੂ ਜੀ ਕਹਿੰਦੇ ਭਾਈ ਕਿਹੜੇ ਗੁਰਾਂ ਦੇ ਚਰਨੀ ਲੱਗਦੇ ਹਨ, ਕਿਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਮਸਤਕ ਦੇ ਭਾਗ ਬਹੁਤ ਉਜਲੇ ਹਨ, ਬਹੁਤ ਚੰਗੇ ਹਨ, ਉਹਨਾਂ ਨੂੰ ਨਿਰੰਕਾਰ ਦੇ ਚਰਨਾਂ ਦੀ ਵੀ ਪ੍ਰਾਪਤੀ ਹੁੰਦੀ ਹੈ, ਨਿਰੰਕਾਰ ਦੀ ਵੀ ਪ੍ਰਾਪਤੀ ਹੁੰਦੀ ਹੈ ਤੇ ਨਾਮ ਦੀ ਵੀ ਪ੍ਰਾਪਤੀ ਹੁੰਦੀ ਹੈ। ਤਿਸਹਿ ਪ੍ਰਾਪਤ ਭਾਈ ਹੋ। ਤੇ ਗਰੀਬ ਨਵਾਜ ਕਹਿੰਦੇ ਗੁਰਸਿੱਖੋ ਉਹਨਾਂ ਨਾਮ ਜਪਣ ਵਾਲੇ ਪ੍ਰਾਣੀਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਿਸ ਦੇਵੈ ਪ੍ਰਭ ਆਪ। ਪ੍ਰਾਪਤੀ ਕਿਹਨਾਂ ਨੂੰ ਹੁੰਦੀ ਹੈ, ਜਿਨ੍ਹਾਂ ਤੇ ਨਿਰੰਕਾਰ ਪ੍ਰਮਾਤਮਾ ਜੀ ਆਪ ਕਰਦੇ ਹਨ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਦਾਤੈ ਦਾਤ ਰੱਖੀ ਖੁਦ ਆਪਣੇ, ਜਿਸ ਭਾਵੈ ਤਿਸ ਦੇਈ। ਉਹਨਾਂ ਨੂੰ ਨਿਰੰਕਾਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਸਤਿਗੁਰ ਕੀ ਸੇਵਾ ਸੋ ਕਰੇ। ਭਾਈ ਸਤਿਗੁਰੂ ਜੀਆਂ ਦੀ ਸੇਵਾ ਵੀ ਉਹ ਪ੍ਰਾਣੀ ਗੁਰਸਿੱਖ ਕਰਦੇ ਹਨ। ਜਿਸ ਬਿਨਸੈ ਹਉਮੈ ਤਾਪ। ਜਿਹੜੇ ਸੇਵਾ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ। ਸੰਗ ਤਾਪ ਸੰਗ ਭਲੀ ਪ੍ਰਕਾਰ ਤਾਪ, ਤਿੰਨ ਤਾਪ ਮੰਨੇ ਨੇ ਆਦਿ ਵਿਆਧੀ ਉਪਾਧੀ। ਤਿੰਨੇ ਤਾਪ ਉਹਨਾਂ ਦੇ ਅੰਦਰੋਂ ਸਾਧ ਸੰਗਤ ਜੀ ਖਤਮ ਹੋ ਜਾਂਦੇ ਹਨ, ਕੱਟੇ ਜਾਂਦੇ ਹਨ। ਫਿਰ ਉਹ ਨਿਸ਼ਕਾਮ ਸੇਵਾ ਕਰਦੇ ਨੇ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਦੇ ਨੇ। ਉਹਦੇ ਆਖਦੇ ਨੇ ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਗਰੀਬ ਨਵਾਜ ਕਹਿੰਦੇ ਭਾਈ ਸਾਹਿਬ ਸੇਵਾ ਕੀਤੀ ਸਫਲ ਹੈ। ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਮੰਨੇ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ। ਜਿਨ੍ਹਾਂ ਦੇ ਹਿਰਦੇ ਵਿੱਚੋਂ ਹਉਮੈ ਤੇ ਤਾਪ ਖਤਮ ਹੋ ਗਏ, ਗੁਰੂ ਦੀ ਸੇਵਾ ਤੱਕ ਜੁਟ ਜਾਂਦੇ ਹਨ। ਨਾਨਕ ਕਉ ਗੁਰ ਭੇਟਿਆ। ਗਰੀਬ ਨਵਾਜ ਕਹਿੰਦੇ ਭਾਈ ਸਾਨੂੰ ਤੇ ਗੁਰੂ ਰਾਮਦਾਸ ਮਹਾਰਾਜ ਭੇਟਿਆ ਮਿਲੇ ਹਨ। ਬਿਨਸੇ ਸਕਲ ਸੰਤਾਪ। ਇਸ ਕਰਕੇ ਸਾਡੇ ਸਾਰੇ ਜਿਹੜੇ ਤਾਪ ਹਨ ਖਤਮ ਹੋ ਗਏ ਹਨ। ਇਸੇ ਤਰ੍ਹਾਂ ਨਾਨਕ ਕਉ ਗੁਰ ਭੇਟਿਆ। ਸਿੱਖ ਬੇਨਤੀ ਕਰਦਾ ਹੈ ਕਿ ਮੈਨੂੰ ਤੇ ਪੂਰਾ ਗੁਰੂ ਜਿਹੜਾ ਹੈ ਭੇਟਿਆ ਮਿਲ ਗਿਆ ਹੈ, ਜਿਸ ਕਰਕੇ ਸਾਰੇ ਹਉਮੈ ਸਾਰੇ ਤਾਪ ਖਤਮ ਹੋ ਗਏ ਨੇ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ, ਗੁਰੂ ਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ। ਹੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਦਾ ਪ੍ਰਵਾਸਾ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਮਿਲਣ ਕਰਕੇ ਉਹਨਾਂ ਦੇ ਹਿਰਦੇ ਵਿੱਚ ਗਿਆਨ ਹੋ ਜਾਂਦਾ ਹੈ। ਜਦੋਂ ਫਿਰ ਗਿਆਨ ਹੁੰਦਾ ਹੈ ਤੇ ਉਸ ਗਿਆਨ ਦੇ ਸਦਰਸ਼ ਸੰਸਾਰ ਦੇ ਅੰਦਰ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨਾਲ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ। ਲੋਕਾਈ ਦਾ ਭਲਾ ਕਰਦੇ ਹੋਏ ਜਾ ਰਹੇ ਨੇ। ਇੱਕ ਨਗਰ ਆਇਆ ਹੈ, ਸਤਿਗੁਰੂ ਜੀ ਬੈਠੇ ਨੇ, ਇੱਕ ਵਪਾਰੀ ਆਉਂਦਾ ਹੈ। ਉਸ ਦੇ ਸਿਰ ਉੱਪਰ ਇੱਕ ਪੱਟ ਹੈ, ਹੁੱਕਾ ਦਿੰਦਾ ਹੈ ਕਿ ਮੇਰੇ ਪਾਸ ਮਿਰਚਾਂ ਹਨ, ਲੂਣ ਹਨ, ਹਲਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਨੂੰ ਆਵਾਜ਼ ਮਾਰੋ। ਭਾਈ ਮਰਦਾਨਾ ਜੀ ਆਵਾਜ਼ ਮਾਰਦੇ ਨੇ, ਸਤਿਗੁਰੂ ਜੀਆਂ ਦੇ ਕੋਲ ਆਉਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਇਸ ਪੰਨ ਅੰਦਰ ਕੀ ਹੈ, ਗੱਡੀ ਅੰਦਰ ਕੀ ਹੈ? ਕਹਿਣ ਲੱਗਾ ਮਹਾਰਾਜ ਛੋਟਾ ਜਿਹਾ ਵਪਾਰ ਕਰਦਾ ਪੇਟ ਦੀ ਪੂਰਤੀ ਵਾਸਤੇ। ਸਤਿਗੁਰੂ ਜੀ ਕਹਿੰਦੇ ਖੋਲ ਖੁੱਲਦਾ ਹੈ, ਉਹਦੇ ਵਿੱਚ ਵੱਟੇ ਵੀ ਨੇ। ਸਭ ਤੋਂ ਜਿਹੜਾ ਛੋਟਾ ਪਾਈਏ ਦਾ ਵੱਟਾ ਮਹਾਰਾਜ ਆਪਣੇ ਹੱਥ ਵਿੱਚ ਲੈਂਦੇ ਨੇ। ਪੁੱਛਦੇ ਨੇ ਵੱਟਾ ਮਹਾਰਾਜ 1 ਕਿਲੋ ਦਾ ਹੈ, ਇਹ 2 ਕਿਲੋ ਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਸਾਡੇ ਹੱਥ ਵਿੱਚ ਹੈ, ਕਹਿਣ ਲੱਗਾ ਮਹਾਰਾਜ ਪਾਈਏ ਦਾ ਹੈ। ਉਥੇ ਬਦਨ ਉਚਾਰੇ ਤਨ ਇਹ ਪਾਉ, ਜਿਨ ਆਪਣਾ ਨਾਮ ਲਖ ਲਖਾਓ। ਸਤਿਗੁਰੂ ਜੀ ਕਹਿਣ ਲੱਗੇ ਪਾਈਏ ਦਾ ਵੱਡਾ ਧੰਤਾ ਦੇ ਯੋਗ ਹੈ, ਜਿਨੇ ਬਹੁਤ ਆਪਣਾ ਛੋਟਾ ਨਾਮ ਰਖਾਉਣਾ ਕੀਤਾ ਹੈ। ਬਚਨ ਵਿਲਾਸ ਹੋਏ। ਉਸ ਵਪਾਰੀ ਦੇ ਰੋਮ ਰੋਮ ਦੇ ਵਿੱਚੋਂ ਨਾਮ ਦੀ ਜਿਹੜੀ ਧੁਨੀ ਹੈ ਚੱਲ ਪਈ ਹੈ, ਚਲੇ ਗਿਆ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਇਨ ਵਪਾਰੀ ਕੀ ਸੇਵ ਨਾ ਕਮਾਈ, ਤਤਸ਼ਿਨ ਗਿਆਨ ਹਿਰਦੈ ਤੇ ਆਈ। ਇਸ ਵਪਾਰੀ ਨੇ ਕੋਈ ਸਾਧਨਾ ਨਹੀਂ ਕੀਤੀ, ਕੋਈ ਨਾਮ ਨਹੀਂ ਜਪਿਆ, ਪਹਿਲੀ ਵਾਰ ਆਪ ਜੀ ਨੂੰ ਮਿਲਿਆ ਹੈ। ਸਤਿਗੁਰੂ ਜੀ ਕਹਿਣ ਲੱਗੇ ਸਾਧਨਾ ਬੜੀ ਸੀ, ਸਾਡੇ ਮਿਲਾਪ ਦੀ ਹੀ ਲੋੜ ਹੈ। ਨਾਨਕ ਕਉ ਗੁਰ ਭੇਟਿਆ, ਜਿਨ੍ਹਾਂ ਨੂੰ ਪ੍ਰਤੱਖ ਗੁਰੂ ਮਿਲ ਜਾਂਦਾ ਹੈ, ਬਿਨਸੇ ਸਗਲ ਸੰਤਾਪ। ਉਹਨਾਂ ਦੇ ਸਾਰੇ ਜਿਹੜੇ ਸੰਗ ਭਲੀ ਪ੍ਰਕਾਰ ਨੇ ਤਾਪ
ਖਤਮ ਹੋ ਜਾਂਦੇ ਹਨ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਮਤ ਬਖਸ਼ੀ ਜੀ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉ ਮੈਂ ਤਾਪ। ਨਾਨਕ ਕਉ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ